ਹਾਈ ਵੈਲਕਮ ਬੈਕ एवरीवन। ਇਸ ਵੀਡੀਓ ਦੇ ਵਿੱਚ ਵੀ ਅਸੀਂ ਮੋਸਟ ਐਕਸਪੈਕਟਡ ਕੁਐਸਚਨਸ ਕਰ ਰਹੇ ਹਾਂ 2 ਚੈਪਟਰਸ ਦੇ। ਕਿਹੜੇ ਦੇ? ਇਨ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ ਤੇ ਦੂਸਰਾ ਚੈਪਟਰ ਹੈਗਾ ਆ ਗਦਰੀ ਬਾਬਾਜ਼ ਇਨ ਕਾਲੇ ਪਾਣੀ ਜੇਲ। ਇਹਨਾਂ ਦੋਨਾਂ ਦੇ ਸ਼ਾਰਟ ਐਂਡ ਲੌਂਗ ਕੁਐਸਚਨਸ ਮੈਂ ਤੁਹਾਨੂੰ ਕਰਵਾਉਂਗੀ, ਠੀਕ ਹੈ। ਔਰ ਵੀਡੀਓ ਨੂੰ ਪਲੀਜ਼ ਐਂਡ ਤੱਕ ਦੇਖਿਓ, ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ। ਐਂਡ ਜਿਹੜੇ ਬੱਚੇ ਬਿਨਾਂ ਸਬਸਕ੍ਰਾਈਬ ਕੀਤੇ ਵੀਡੀਓ ਦੇਖ ਰਹੇ ਉਹਨਾਂ ਨੂੰ ਤਾਂ ਸਪੈਸ਼ਲ ਰਿਕੁਐਸਟ ਆ, ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਤੁਸੀਂ ਹੋਰ ਵੀਡੀਓਜ਼ ਦੇਖ ਸਕੋ। ਓਕੇ, ਸਟਾਰਟ ਕਰਦੇ ਹਾਂ ਫਸਟ ਕੁਐਸਚਨ ਤੋਂ। ਨੇਮ ਦਾ ਨੈਰੇਟਰ ਆਫ ਲੈਸਨ, ਯਾਨੀ ਕਿ ਕਿਹੜੇ ਚੈਪਟਰ ਬਾਰੇ ਇਹ ਗੱਲ ਹੋ ਰਹੀ ਆ। ਇਹ ਹੁੰਦੀ ਪਈ ਆ ਆਪਣਾ ਜਿਹੜਾ ਫਸਟ ਹੈਗਾ ਆ ਇਨ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ। ਨੇਮ ਦਾ ਨੈਰੇਟਰ ਆਫ ਦਾ ਲੈਸਨ। ਨੈਰੇਟਰ ਦਾ ਨਾਮ ਕੀ ਆ, ਰਾਈਟਰ ਦਾ ਨਾਮ ਕੀ ਆ? ਡਾਕਟਰ ਕ੍ਰਿਸ਼ਨ ਬਰਨਰਡ। ਸੈਕਿੰਡ ਆ ਵਟ ਇਜ਼ ਇੰਪੋਰਟੈਂਟ ਇਨ ਲਾਈਫ। ਜ਼ਿੰਦਗੀ ਦੇ ਵਿੱਚ ਕਿਹੜੀ ਚੀਜ਼ ਜ਼ਰੂਰੀ ਆ? ਬਹੁਤ ਸਾਰੇ ਸਟੂਡੈਂਟਸ ਨੂੰ ਇੱਦਾਂ ਲੱਗੂਗਾ ਕਿ ਇਹਦੇ ਵਿੱਚ ਸ਼ਾਇਦ ਅਸੀਂ ਇਹ ਆਨਸਰ ਲਿਖਣਾ ਕਿ ਜਿਉਂਦੇ ਰਹਿਣਾ ਜ਼ਰੂਰੀ ਆ, ਬਟ ਇਹਦਾ ਐਕਚੁਅਲ ਆਨਸਰ ਕੁਛ ਹੋਰ ਆ। ਧਿਆਨ ਨਾਲ ਦੇਖੋ ਕੁਐਸਚਨ ਨੂੰ। ਵਟ ਇਜ਼ ਇੰਪੋਰਟੈਂਟ ਇਨ ਲਾਈਫ, ਕਿ ਜ਼ਿੰਦਗੀ ਦੇ ਵਿੱਚ ਤੁਹਾਡੇ ਲਈ ਜ਼ਰੂਰੀ ਕੀ ਆ। ਜ਼ਿੰਦਗੀ ਦੇ ਵਿੱਚ ਉਹ ਜ਼ਰੂਰੀ ਆ ਜੋ ਸਾਡੇ ਕੋਲ ਬਚਿਆ ਆ, ਯਾਨੀ ਕਿ ਇਟ ਇਜ਼ ਵਾਟ ਯੂ ਹੈਵ ਬੀਨ ਲੈਫਟ ਵਿਦ, ਕਿ ਜੋ ਤੁਹਾਡੇ ਕੋਲ ਬਚਿਆ ਆ ਉਹ ਤੁਹਾਡੇ ਲਈ ਜ਼ਿਆਦਾ ਇੰਪੋਰਟੈਂਟ ਆ। ਸੋ ਆਨਸਰ ਨੂੰ ਧਿਆਨ ਨਾਲ ਸੋਚ ਸਮਝ ਕੇ ਕਰਨਾ, ਕੁਐਸਚਨ ਨੂੰ ਰੀਡ ਕਰਨਾ 2 ਵਾਰੀ ਜੇ ਇਹੋ ਜਿਹੇ ਕੁਐਸਚਨਸ ਆ ਜਾਂਦਾ। ਬਿਕਾਜ਼ ਇਹ ਵਾਲਾ ਕੁਐਸਚਨ ਐਂਡ ਥਰਡ ਵਾਲਾ ਕੁਐਸਚਨ ਦੋਨੋਂ ਸਿਮਿਲਰ ਆ। ਦੇਖੋ ਤਾਂ ਰੀਡ ਕਰਨ ਦੇ ਵਿੱਚ ਸਾਨੂੰ ਸੇਮ ਲੱਗਦੇ ਬਟ ਆਨਸਰਸ ਦੋਨਾਂ ਦੇ ਡਿਫਰੈਂਟ ਆ। ਥਰਡ ਵਨ ਇਜ਼ ਅਕੋਰਡਿੰਗ ਟੂ ਡਾਕਟਰ ਬਰਨਰਡ ਵਟ ਇਜ਼ ਦ ਬਿਜ਼ਨਸ ਆਫ ਲਿਵਿੰਗ, ਕਿ ਜਿਉਂਦੇ ਰਹਿਣ ਦਾ ਅਸਲੀ ਕੰਮ ਕੀ ਆ? ਕੀ ਆ ਅਸਲੀ ਕੰਮ? ਦ ਬਿਜ਼ਨਸ ਆਫ ਲਿਵਿੰਗ ਇਜ਼ ਦ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ, ਕਿ ਜੋ ਅਸੀਂ ਜੀ ਰਹੇ ਹਾਂ ਉਹਨੂੰ ਕੀ ਕਰਨਾ? ਹਰ ਇੱਕ ਪਲ ਨੂੰ ਸੈਲੀਬ੍ਰੇਟ ਕਰਨਾ। ਸੋ ਦੋਨਾਂ ਦੇ ਵਿੱਚ ਇਹੀ ਫਰਕ ਆ। ਇਹ ਧਿਆਨ ਰੱਖਿਓ ਆਨਸਰ ਕੀ ਲਿਖ ਕੇ ਆਉਣਾ ਉੱਥੇ। Fourth is what do the people with and positive attitude teach us, ਕਿ ਉਹ ਲੋਕ ਜਿਹੜੇ ਲੋਕਾਂ ਦਾ ਮਤਲਬ ਕਿ ਐਟੀਟਿਊਡ, ਉਹਨਾਂ ਦਾ ਰਵੱਈਆ ਕੀ ਆ, ਪੋਜ਼ੀਟਿਵ ਆ, ਉਹਨਾਂ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ, ਉਹ ਸਾਨੂੰ ਕੀ ਟੀਚ ਕਰਦੇ ਆ। ਨੈਚੁਰਲ ਜੀ ਗੱਲ ਆ, ਜਿਹੜੇ ਲੋਕ ਸਾਨੂੰ ਪੋਜ਼ੀਟਿਵ ਸੇਧ ਦਿੰਦੇ ਆ ਉਹਨਾਂ ਤੋਂ ਅਸੀਂ ਕੀ ਸਿੱਖਦੇ ਹਾਂ? ਹਮੇਸ਼ਾ ਅੱਗੇ ਵਧਣਾ, to move ahead and not to lose heart because of failures, ਕਿ ਹਮੇਸ਼ਾ ਅੱਗੇ ਵਧਣਾ ਤੇ ਮੂਵ ਅਹੈਡ ਮੀਨਸ ਅੱਗੇ ਵਧਣਾ ਤੇ ਕਦੇ ਵੀ ਦਿਲ ਨਾ ਛੱਡਣਾ, ਕਿ ਚਾਹੇ ਤੁਸੀਂ ਕੋਈ ਸਫਰਿੰਗ ਨੂੰ ਬਰਦਾਸ਼ਤ ਕਰ ਰਹੇ ਆ ਜਾਂ ਕੋਈ ਫੇਲੀਅਰ ਬਰਦਾਸ਼ਤ ਕਰ ਰਹੇ ਆ, ਪਰ ਹਮੇਸ਼ਾ ਅੱਗੇ ਦੀ ਅੱਗੇ ਚੱਲਦੇ ਰਹਿਣਾ, ਠੀਕ ਹੈ। ਸਾਨੂੰ ਇਹੀ ਐਟੀਟਿਊਡ ਸਿਖਾਉਂਦਾ ਨਾ ਜਿਹੜੇ ਲੋਕ ਪੋਜ਼ੀਟਿਵ ਆ, ਜਿਹੜੇ ਹਮੇਸ਼ਾ ਦੂਸਰਿਆਂ ਦੀ ਹੈਲਪ ਲਈ ਖੜੇ ਹੁੰਦੇ ਆ, ਜਿਹੜੇ ਆਪ ਇੰਨੇ ਸਟਰੋਂਗ ਹੋਣ, ਉਹਨਾਂ ਨੂੰ ਅਸੀਂ ਦੇਖ ਕੇ ਇੰਸਪਾਇਰ ਹੁੰਦੇ ਹਾਂ। ਫਾਈਨ। ਫਿਫਥ ਇਜ਼ ਵਟ ਮੇਡ ਦਾ ਡਰਾਈਵਰ ਐਂਡ ਦਾ ਮਕੈਨਿਕ ਚੂਜ਼ ਦੇਅਰ ਰੋਲਸ। ਮਕੈਨਿਕ ਤੇ ਡਰਾਈਵਰ, ਉਹਨਾਂ ਨੂੰ ਮਤਲਬ ਕਿ ਕਿਹੜੀ ਚੀਜ਼ ਇੱਦਾਂ ਦੀ ਆ ਜਿਹਨੇ ਕਿ ਚੂਜ਼ ਕਰਨ ਲਈ ਮਜਬੂਰ ਕੀਤਾ ਕਿ ਉਹ ਆਪਣੇ ਰੋਲਸ ਚੂਜ਼ ਕਰਨ, ਕਿ ਮਕੈਨਿਕ ਕਿਉਂ ਬਣਿਆ ਅਤੇ ਡਰਾਈਵਰ ਕਿਉਂ ਬਣਿਆ? ਕੀ ਸੀ ਇਹਦਾ ਰੀਜ਼ਨ? ਕਿ ਇੱਕ ਜਿਹੜਾ ਸੀਗਾ ਉਹਦੀ ਕੀ ਸੀਗੀ, ਉਹਦੀ ਇੱਕ ਬਾਂਹ ਨਹੀਂ ਸੀ ਅਤੇ ਦੂਸਰਾ ਕੀ ਸੀ? ਬਲਾਈਂਡ ਸੀ। ਸੋ ਆਨਸਰ ਵਿਲ ਬੀ ਬਿਕਾਜ਼ ਦਾ ਮਕੈਨਿਕ ਵਾਜ਼ ਟੋਟਲੀ ਬਲਾਈਂਡ ਐਂਡ ਦ ਡਰਾਈਵਰ ਹੈਡ ਓਨਲੀ ਵਨ ਆਰਮ, ਅਤੇ ਡਰਾਈਵਰ ਦੀ ਕੀ ਸੀ? ਇੱਕ ਬਾਂਹ ਸੀ। ਸੋ ਇਹੀ 2 ਰੀਜ਼ਨ ਸੀਗੇ ਜਿਹੜੇ ਉਹਨਾਂ ਨੂੰ ਮਜਬੂਰ ਕਰਦੇ ਆ ਕਿ ਉਹ ਇਹ ਵਾਲੇ ਰੋਲਸ ਨਿਭਾ ਸਕਣ, ਰਾਈਟ। ਵਟ ਇੰਟਰੋਡਿਊਸਡ ਡਾਕਟਰ ਬਰਨਰਡ ਟੂ ਦ ਸਫਰਿੰਗ ਆਫ ਦ ਚਿਲਡਰਨ। ਇੰਟਰੋਡਿਊਸ ਹੁੰਦਾ ਆ ਕਿਸੇ ਚੀਜ਼ ਨਾਲ ਜਾਣੂ ਕਰਵਾਉਣਾ, ਕਿਸੇ ਚੀਜ਼ ਦੀ ਜਾਣਕਾਰੀ ਹੋਣਾ, ਕਿ ਬੱਚਿਆਂ ਦੇ ਦੁੱਖ ਤੋਂ ਕਿਸ ਨੇ ਜਾਣੂ ਕਰਵਾਇਆ ਸੀ? ਡਾਕਟਰ ਬਰਨਰਡ ਨੂੰ। ਕਿਹੜੀ ਚੀਜ਼ ਨੇ ਉਹਨਾਂ ਨੂੰ ਜਾਣੂ ਕਰਵਾਇਆ ਸੀ ਬੱਚਿਆਂ ਦੇ ਦੁੱਖ ਬਾਰੇ? ਤੁਹਾਨੂੰ ਯਾਦ ਹੋਣਾ ਕਿ ਉਹਦੇ ਫਾਦਰ ਸਾਹਿਬ ਉਹਨੂੰ ਬਿਸਕਿਟ ਦਿਖਾਉਂਦੇ ਆ ਅਤੇ ਕਹਿੰਦੇ ਆ ਕਿ ਇਹ ਬਿਸਕਿਟ ਤੇਰੇ ਬ੍ਰਦਰ ਦਾ ਆ, ਅਤੇ ਉਹਦਾ ਇਹ ਮਤਲਬ ਉਹਨੇ ਬਾਈਟ ਕੀਤਾ ਹੋਇਆ ਬਿਸਕਿਟ ਆ, ਈਵਨ ਕਿ ਉਹਨੂੰ ਫੰਗਸ ਵੀ ਲੱਗੀ ਹੋਈ ਆ, ਕਿ ਉਹਨਾਂ ਨੇ ਇੱਕ ਯਾਦਗਾਰ ਰੱਖਿਆ ਹੋਇਆ ਉਹ ਬਿਸਕਿਟ। ਅਤੇ ਉਹ ਚੀਜ਼ ਦੇ ਵਿੱਚ ਉਹ ਨਾਲ ਦੱਸਦੇ ਆ ਵੀ ਤੇਰੇ ਭਰਾ ਨੂੰ ਕੀ ਸੀ? ਹਾਰਟ ਦੀ ਇੱਕ ਪ੍ਰੋਬਲਮ ਸੀ, ਹੈ ਨਾ। ਅਤੇ ਉਹ ਉਹ ਜੇ ਕਹਿੰਦਾ ਸੀ ਟੈਕਨੀਕਲ ਚੀਜ਼ਾਂ ਉਸ ਟਾਈਮ ਦੇ ਵਿੱਚ ਹੁੰਦੀਆਂ ਤਾਂ ਉਹ ਬਚ ਜਾਂਦਾ, ਕਿ ਜੇ ਉਹ ਹੁਣ ਜਨਮ ਲਿਆ ਹੁੰਦਾ ਤਾਂ ਡੈਫੀਨੇਟਲੀ ਉਹ ਬਚ ਜਾਂਦਾ। ਸੋ ਇਹ ਚੀਜ਼ ਨੇ ਉਹਨਾਂ ਨੂੰ ਕੀ ਕਰ ਦਿੱਤਾ ਸੀਗਾ? ਬੱਚਿਆਂ ਦੀ ਸਫਰਿੰਗ ਤੋਂ ਇੰਟਰੋਡਿਊਸ ਕਰਵਾਇਆ ਸੀ।
The death of the brother of Dr. Bernard introduced him to the suffering of children. Now, seventh is, in which incident were Dr. Bernard's gloomy thoughts rooted? ਗਲੂਮੀ ਕੀ ਹੁੰਦਾ? ਉਦਾਸੀ ਵਾਲੀਆਂ, ਕਿ ਕਿਹੜੀਆਂ ਇੱਦਾਂ ਦੀਆਂ ਉਦਾਸੀ ਵਾਲੀਆਂ ਥੋਟਸ ਆ ਜਿਹਨੇ ਰੂਟ ਕੀਤਾ, ਰੂਟ ਹੁੰਦਾ ਜੜ ਕੀਤੀ ਆ ਡਾਕਟਰ ਬਰਨਰਡ ਦੇ ਦਿਲ ਦੇ ਵਿੱਚ, ਡਾਕਟਰ ਬਰਨਰਡ ਦੇ ਮਨ ਦੇ ਵਿੱਚ, ਮਤਲਬ ਕਦੋਂ ਗਲੂਮੀਨੈਸ ਆਉਣੀ ਸ਼ੁਰੂ ਹੁੰਦੀ ਉਹਨਾਂ ਦੇ ਦਿਲ ਦੇ ਵਿੱਚ, ਕਦੋਂ ਉਹਨਾਂ ਨੂੰ ਉਦਾਸੀ ਭਰੇ ਉਹਨਾਂ ਦੇ ਥੋਟਸ ਆਉਣੇ ਸ਼ੁਰੂ ਹੋ ਜਾਂਦੇ ਆ। ਕਦੋਂ ਆਉਣੇ ਸ਼ੁਰੂ ਹੋ ਜਾਂਦੇ ਆ? ਜਦੋਂ ਕੀ ਹੁੰਦਾ ਆ, ਐਨ ਇੰਸੀਡੈਂਟ ਇਨ ਵਿਚ ਹੀ ਐਂਡ ਹਿਜ਼ ਵਾਈਫ ਹੈਡ ਟੂ ਸਫਰ ਅ ਲੋਟ, ਜਦੋਂ ਉਹਨਾਂ ਨੂੰ ਅਤੇ ਉਹਨਾਂ ਦੀ ਵਾਈਫ ਨੂੰ ਬਹੁਤ ਸਾਰਾ ਸਫਰ ਕਰਨਾ ਪੈਂਦਾ, ਬਹੁਤ ਸਾਰਾ ਸੰਘਰਸ਼ ਕਰਨਾ ਪੈਂਦਾ। ਕਿਉਂ? ਕਿਉਂਕਿ ਤੁਹਾਨੂੰ ਯਾਦ ਹੀ ਹੋਣਾ ਚੈਪਟਰ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਆ, ਹੈ ਨਾ, ਉਹਨਾਂ ਦੀ ਵਾਈਫ ਵੀ ਹੋਸਪੀਟਲਾਈਜ਼ ਹੋ ਜਾਂਦੀ ਹੈ ਅਤੇ ਉਹ ਆਪ ਵੀ ਹੋਸਪੀਟਲਾਈਜ਼ ਹੋ ਜਾਂਦੇ। ਇਹੀ ਚੀਜ਼ਾਂ ਉਹਨਾਂ ਦੇ ਮਨ ਦੇ ਵਿੱਚ ਕੀ ਕਰਦੀਆਂ? ਗਲੂਮੀ ਥੋਟਸ ਨੂੰ ਰੂਟ ਕਰਦੀਆਂ। ਫਾਈਨ। ਨਾਓ ਨੈਕਸਟ ਚੈਪਟਰ, ਗਦਰੀ ਬਾਬਾਜ਼ ਇਨ ਕਾਲੇ ਪਾਣੀ ਜੇਲ੍ਹ। ਇਸ ਚੈਪਟਰ ਦੇ ਲੌਂਗ ਕੁਐਸ਼ਚਨਸ ਮੈਂ ਐਂਡ 'ਤੇ ਹੀ ਦੱਸਾਂਗੀ ਦੋਨਾਂ ਚੈਪਟਰਸ ਦੇ ਨਾਲ, ਦੋਨਾਂ ਚੈਪਟਰਸ ਦੇ ਇਕੱਠੇ ਦੱਸਦੀ ਹਾਂ, ਠੀਕ ਹੈ। ਸੋ ਗਦਰੀ ਬਾਬਾਜ਼ ਇਨ ਕਾਲਾ ਪਾਣੀ ਜੇਲ੍ਹ। First question, author of the lesson, the name of the author of the lesson. What will be the name? Dr. Harish K. Puri. Fine. Second is, what is penal colony? Penal colony ਕੀ ਹੁੰਦੀ ਆ? a colony away from the mainland, ਜਿਹੜਾ ਇੱਕ ਏਰੀਆ ਇੱਕ ਮੇਨਲੈਂਡ ਤੋਂ ਅਲੱਗ ਹੋਵੇ, ਜਿੱਥੇ ਆਮ ਲੋਕੀ ਰਹਿ ਰਹੇ ਆ ਉਹਦੇ ਤੋਂ ਅਲੱਗ ਹੋਵੇ, ਉੱਥੇ ਰੱਖਿਆ ਜਾਂਦਾ ਕਿਹਨਾਂ ਨੂੰ? ਫੋਰ ਦਾ ਪਨਿਸ਼ਮੈਂਟ ਆਫ ਹਾਰਡਨ ਕ੍ਰਿਮੀਨਲਸ, ਜਿਹੜੇ ਲੋਕ ਬਹੁਤ ਜ਼ਿਆਦਾ ਸਖਤ, ਮਤਲਬ ਕਿ ਬੜੇ ਅਜੀਬ ਜਿਹੇ, ਬੜੇ ਮਤਲਬ ਸਮਝ ਹੀ ਗਏ ਹੋਣਗੇ ਕਿ ਬੜੇ ਬਕਵਾਸ ਜਿਹੇ, ਜਿਹੜੇ ਕਿ ਕ੍ਰਿਮੀਨਲਸ ਕਰਦੇ, ਕ੍ਰਾਈਮ ਕਰਦੇ ਆ, ਜਿਹੜੇ ਬਹੁਤ ਜ਼ਿਆਦਾ ਹਾਰਡ ਲੈਵਲ ਦੇ ਕਰਦੇ, ਵੱਡੇ ਲੈਵਲ ਦੇ ਜਿਹੜੇ ਕ੍ਰਾਈਮਸ ਕਰਦੇ ਆ, ਉਹ ਵਾਲੇ ਕ੍ਰਿਮੀਨਲਸ ਨੂੰ ਉਸ ਜਗ੍ਹਾ 'ਤੇ ਰੱਖਿਆ ਜਾਂਦਾ ਅਤੇ ਉਹਨੂੰ ਕਹਿੰਦੇ ਆ ਪੈਨਲ ਕਲੋਨੀ। Third question is, list a few members of the Ghadar party. Ghadar party ਦੇ ਕੁਝ ਮੈਂਬਰਸ ਦੇ ਨਾਮ ਦੱਸਣੇ ਆ। ਇਹ ਕੁਐਸਚਨ ਆਉਣ ਦੇ ਚਾਂਸਿਸ ਹੈਗੇ ਆ। ਬਾਬਾ ਸੋਹਨ ਸਿੰਘ ਭਗਨਾ, ਬਾਬਾ ਨਿਧਾਨ ਸਿੰਘ, ਕਰਤਾਰ ਸਿੰਘ ਸਰਾਭਾ, ਐਂਡ fourth one is ਵਿਸ਼ਨੂੰ ਗਣੇਸ਼ ਪਿੰਗਲੇ। Fourth question, other names of cellular jail. ਇਹ ਕੁਐਸਚਨ ਵੀ ਆ ਸਕਦਾ ਕਿ ਸੈਲੂਲਰ ਜੇਲ੍ਹ ਨੂੰ ਹੋਰ ਕਿਹੜੇ ਨਾਮਾਂ ਨਾਲ ਜਾਣਿਆ ਜਾਂਦਾ। ਅੱਛਾ, ਇੱਕ ਚੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਹੋਰ ਦੱਸ ਦਿਆਂ, ਇਹਦਾ ਆਨਸਰ ਬਾਅਦ 'ਚ ਦੱਸਦੀ ਹਾਂ, ਕਿ ਤੁਹਾਨੂੰ ਕੁਐਸਚਨ ਮੋਲਡ ਕਰਕੇ ਪਾ ਸਕਦੇ ਹੋ, ਘੁਮਾ ਕੇ ਪਾ ਸਕਦੇ ਆ, ਬਟ ਬੇਸਿਕਲੀ ਮੇਰੀ ਹਰ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਲਾਈਨ ਸੁਣਨ ਨੂੰ ਤਾਂ ਜ਼ਰੂਰ ਮਿਲਦੀ ਹੋਊਗੀ। ਪਲੀਜ਼ ਕੁਐਸਚਨ ਨੂੰ 2-3 ਵਾਰੀ ਸਮਝ ਕੇ ਹੀ ਆਨਸਰ ਅਟੈਂਪਟ ਕਰਿਓ। ਕੋਈ ਕਾਹਲੀ ਨਹੀਂ ਹੈਗੀ ਆ, ਟਾਈਮ ਮੈਨੇਜ ਕਰਕੇ ਹੀ ਆਪਣਾ ਪੇਪਰ ਕਰਕੇ ਆਉਣਾ, ਠੀਕ ਹੈ। ਇਸ ਲਈ ਰੀਡ ਕਰਨਾ ਕੁਐਸਚਨ ਨੂੰ ਚੰਗੇ ਤਰੀਕੇ ਨਾਲ, ਕਿ ਤੁਸੀਂ ਆਨਸਰ ਉਹਦਾ ਸਹੀ ਲਿਖ ਕੇ ਆਓ, ਔਰ ਕੁਐਸਚਨ ਕੋਈ ਵੀ ਇੱਦਾਂ ਦਾ ਨਹੀਂ ਛੱਡ ਕੇ ਆਉਣਾ ਜਿਹਨੂੰ ਤੁਸੀਂ ਅਟੈਂਪਟ ਨਹੀਂ ਕਰਕੇ, ਤੁਸੀਂ ਕਰਕੇ ਆਉਣਾ ਉਹਨੂੰ ਕੰਪਲੀਟ, ਕਿਉਂਕਿ ਸਮ ਟਾਈਮ ਤੁਹਾਡੇ ਕਈ ਵਾਰੀ ਗੈਸ ਜਿਹੜੇ ਆ ਉਹ ਸਹੀ ਵੀ ਹੋ ਸਕਦੇ ਆ, ਰਾਈਟ। ਅਦਰ ਨੇਮਸ ਫॉर ਸੈਲੂਲਰ ਜੇਲ੍ਹ। ਸੈਲੂਲਰ ਜੇਲ੍ਹ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਆ? ਇੱਕ ਤਾਂ ਕਾਲਾ ਪਾਣੀ ਜੇਲ੍ਹ ਕਹਿੰਦੇ ਆ, ਹੋਰ ਕੀ ਕਹਿੰਦੇ ਆ? ਦ ਡੈਵਲਜ਼ ਆਈਲੈਂਡ। ਫਾਈਨ। ਫਿਫਥ ਵਨ ਇਜ਼, ਹਾਊ ਵਰ ਦਾ ਕਨਫਲਿਕਟਸ ਪਨਿਸ਼ਡ। ਕਨਫਲਿਕਟਸ ਕੀ ਹੁੰਦੇ ਆ? ਦੋਸ਼ੀ, ਜਿਹੜੇ ਦੋਸ਼ੀਆਂ ਨੂੰ, ਦੋਸ਼ੀ ਬੇਸਿਕਲੀ। ਹਾਊ ਵਰ ਦਾ ਕਨਫਲਿਕਟਸ ਪਨਿਸ਼ਡ ਵੈਨ ਦੇ ਫੇਲ ਟੂ ਵਰਕ। ਕਨਫਲਿਕਟਸ ਨੂੰ ਕਿੱਦਾਂ ਪਨਿਸ਼ ਕੀਤਾ ਜਾਂਦਾ ਸੀ ਜਦੋਂ ਉਹ ਕੰਮ ਕਰਨ ਦੇ ਵਿੱਚ ਅਸਫਲ ਹੋ ਜਾਂਦੇ ਸੀਗੇ? ਕਿੱਦਾਂ? ਇੱਕ ਤਾਂ ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਸੀ, ਦੂਸਰਾ ਉਹਨਾਂ ਨੂੰ ਵਿਬਡ, ਮਤਲਬ ਕਿ ਚਾਬੁਕ ਮਾਰੇ ਜਾਂਦੇ ਸੀ, ਰਾਈਟ। ਦੇ ਵਰ ਅਬਿਊਜ਼ਡ ਐਂਡ ਵਿਬਡ ਪਬਲਿਕਲੀ। ਪਬਲਿਕ ਦੇ ਵਿੱਚ ਉਹਨਾਂ ਨੂੰ ਇੱਦਾਂ ਦੀਆਂ ਪਨਿਸ਼ਮੈਂਟਸ ਦਿੱਤੀਆਂ ਜਾਂਦੀਆਂ ਸੀ ਤਾਂ ਕਿ ਬਾਕੀ ਪਬਲਿਕ ਵੀ ਜਿਹੜੀ ਆ ਇੱਦਾਂ ਦੀਆਂ ਹਰਕਤਾਂ ਨਾ ਕਰੇ। ਬਾਕੀ ਦੇ ਜਿਹੜੇ ਕਨਵਿਕਟਸ ਆ ਉਹ ਇਹੋ ਜਿਹੀਆਂ ਹਰਕਤਾਂ ਨਾ ਕਰਨ, ਉਹ ਵੀ ਕੰਮ ਟਾਈਮ 'ਤੇ ਕਰਨ। ਸਿਕਸਥ ਇਜ਼, who were addressed as demigods and why? Demigods ਕਿਹਨਾਂ ਨੂੰ ਕਿਹਾ ਜਾਂਦਾ? Demigods ਕੀ ਹੁੰਦੇ ਆ? ਅਰਥ ਦੇਵਤਾ। Demigods ਕਿਹਨਾਂ ਨੂੰ ਕਿਹਾ ਜਾਂਦਾ ਆ ਬਈ? The wardens, petty officers and ਜਮਾਦਾਰਸ were addressed as demigods, ਯਾਨੀ ਕਿ ਪਹਿਰੇਦਾਰ, ਮਾਮੂਲੀ ਅਧਿਕਾਰੀਆਂ ਅਤੇ ਜਮਾਦਾਰਾਂ ਨੂੰ ਅਰਥ ਦੇਵਤੇ ਕਿਹਾ ਜਾਂਦਾ ਸੀ। What was the ਮੰਤਰ of Gadarities? ਗਦਰ ਪਾਰਟੀਆਂ ਦਾ ਮੇਨ ਮੰਤਰ ਕੀ ਸੀ?
ਰਾਈਟ ਇਨ ਦ ਬਿਗਨਿੰਗ ਆਫ देयर ਕਨਵਿਕਸ਼ਨ ਪੀਰੀਅਡ, ਜਦੋਂ ਉਹਨਾਂ ਨੇ ਕਨਵਿਕਸ਼ਨ ਸਟਾਰਟ ਕੀਤੀ, ਕਨਵਿਕਸ਼ਨ ਪੀਰੀਅਡ ਮਤਲਬ ਦੋਸ਼ੀ ਜਦੋਂ ਕੈਦੀ ਬਣੇ ਜਾਂ ਕੈਦ ਹੋਏ, ਉਸ ਪੀਰੀਅਡ ਦੀ ਸ਼ੁਰੂਆਤ ਦੇ ਵਿੱਚ ਉਹਨਾਂ ਦਾ ਮੇਨ ਮੰਤਰ ਕੀ ਸੀਗਾ, ਮੇਨ ਮੋਟਿਵ ਕੀ ਸੀ, ਕਿ ਉਹਨਾਂ ਨੇ ਇੱਕ ਮੰਤਰ ਜਿਹੜਾ ਉਹ ਰੱਖਿਆ ਹੋਇਆ ਸੀਗਾ ਵੀ ਅਸੀਂ ਇੱਦਾਂ ਕਰਨਾ, ਇੱਦਾਂ ਨਹੀਂ ਕਰਨਾ। Right in the beginning, the Gadarites resolved not to suffer any insult or abuse without a determined retaliation ਸ਼ੁਰੂ ਵਿੱਚ ਗਦਰੀਆਂ ਨੇ ਨਿਸ਼ਚਾ ਕੀਤਾ ਕਿ ਉਹ ਕਿਸੇ ਅਪਮਾਨ ਜਾਂ ਗਾਲੀ ਨੂੰ ਦ੍ਰਿੜ ਬਦਲੇ ਦੇ ਬਿਨਾਂ ਨਹੀਂ ਕਰਨਗੇ। ਮੀਨਸ ਕਿ ਕੋਈ ਵੀ ਪਹਿਲਾਂ ਉਹ ਸਟਾਰਟਿੰਗ ਦੇ ਵਿੱਚ ਕੋਈ ਵੀ ਇੱਦਾਂ ਆ ਕਿ ਕੋਈ ਵੀ ਲਾਈਕ ਜੇ ਉਹਨਾਂ 'ਤੇ ਅਪਰਾਧ ਹੋ ਰਿਹਾ ਆ ਫਿਰ ਹੀ ਉਹ ਉਹਨਾਂ ਨੂੰ ਉਹਨਾਂ ਦੇ ਅਗੇਂਸਟ ਜਾਣਗੇ, ਅਦਰਵਾਈਜ਼ ਤਾਂ ਉਹ ਨਹੀਂ। 8th is why did jail authorities discontinue some of their practices of bad treatment? ਕਹਿੰਦੇ ਕਿ ਕਿਉਂ ਜਿਹੜੇ ਇਹ ਕੁਛ ਜੇਲ੍ਹ ਦੀਆਂ ਅਥੋਰਿਟੀਜ਼ ਸੀਗੀਆਂ, ਰਵਾਇਤਾਂ ਕਹਿ ਲਓ, ਉਹ ਕਿਉਂ ਡਿਸਕੰਟੀਨਿਊ, ਉਹ ਕਿਉਂ ਰੋਕ ਦਿੱਤੀਆਂ ਗਈਆਂ, ਕਿਉਂ ਖ਼ਤਮ ਕਰ ਦਿੱਤੀਆਂ ਗਈਆਂ, ਸਪੈਸ਼ਲੀ ਉਹ ਜਿਹੜੀਆਂ ਕਿ ਬੈਡ ਹੁੰਦੀਆਂ ਸੀ, ਬਹੁਤ ਜ਼ਿਆਦਾ ਖਰਾਬ ਹੁੰਦੀਆਂ ਸੀ, ਜਿਹੜੀਆਂ ਜ਼ਿਆਦਾ ਯਾਨੀ ਕਿ ਸਟ੍ਰਿਕਟ ਹੁੰਦੀਆਂ ਸੀ, ਉਹ ਕਿਉਂ ਰੋਕ ਦਿੱਤੀਆਂ ਗਈਆਂ? ਕਿਉਂਕਿ ਰਾਜਨੀਤਿਕ ਕੈਦੀਆਂ ਕਰਕੇ ਹੈ ਨਾ, ਕਿ ਕੁਛ ਕੈਦੀ ਇੱਦਾਂ ਦੇ ਸੀਗੇ ਜਿਹੜੇ ਵਿਰੋਧ ਕਰਦੇ ਸੀਗੇ, ਜਿਹੜੇ ਕਿ ਮੀਨਸ ਇਹਦੇ ਅਗੇਂਸਟ ਸੀਗੇ, ਜਿਹੜੇ ਕਿ ਰਾਜਨੀਤਿਕ ਕੈਦੀ ਸੀਗੇ, ਪੋਲੀਟੀਕਲ ਪ੍ਰਿਜ਼ਨਰਸ ਜਿਹੜੇ ਹੁੰਦੇ ਸੀਗੇ ਨਾ, ਉਹਨਾਂ ਕਰਕੇ ਇਹ ਚੀਜ਼ ਜਿਹੜੀ ਆ ਉਹ ਉਹਨਾਂ ਨੇ ਬੰਦ ਕਰ ਦਿੱਤੀ ਸੀ। ਕੁਛ ਇੱਕ ਪਨਿਸ਼ਮੈਂਟਸ ਬੰਦ ਕੀਤੀਆਂ ਸੀ, ਸਾਰੀਆਂ ਨਹੀਂ, ਜਿਹੜੀਆਂ ਬਹੁਤ ਜ਼ਿਆਦਾ ਹਾਰਡ ਪਨਿਸ਼ਮੈਂਟ ਸੀ ਨਾ ਉਹੀ ਬੰਦ ਕੀਤੀਆਂ ਸੀ। ਸੋ ਹੁਣ ਆਪਾਂ ਲੌਂਗ ਕੁਐਸਚਨਸ ਕਰਦੇ ਹਾਂ। ਪਹਿਲਾ ਜਿਹੜਾ ਚੈਪਟਰ ਸੀਗਾ ਇਨ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ, ਉਹਦੀ ਕੀ ਆ ਥੀਮ ਤਾਂ ਕਰਨੀ ਹੀ ਕਰਨੀ ਆ, ਉਹ ਤਾਂ ਬਿਨਾਂ ਸੋਚੇ ਸਮਝੇ ਕਰਨੀ ਹੀ ਆ, ਅਤੇ ਸਾਨੂੰ ਟਿਪਸ 'ਤੇ ਯਾਦ ਹੋਣੀ ਚਾਹੀਦੀ ਆ ਥੀਮ, ਠੀਕ। ਇਸ ਤੋਂ ਇਲਾਵਾ ਮੈਨੂੰ ਸੈਕਿੰਡ ਕੁਐਸਚਨ ਜਿਹੜਾ ਇੰਪੋਰਟੈਂਟ ਲੱਗਾ ਉਹ ਇਹ ਆ, ਵਟ ਵਾਜ਼ ਦ ਲੈਸਨ ਡਾਕਟਰ ਬਰਨਰਡ ਲਰਨ ਫਰੋਮ ਦ 2 ਬਰੇਵ ਯੰਗਸਟਰਸ। ਡਾਕਟਰ ਬਰਨਰਡ ਨੇ ਕਿਹੜਾ ਲੈਸਨ ਜਿਹੜਾ 2 ਬਹਾਦਰ ਬੱਚਿਆਂ ਤੋਂ ਸਿੱਖਿਆ, ਯਾਨੀ ਕਿ ਅਸੀਂ ਇਹਦੇ ਵਿੱਚ ਉਹ ਸਾਰੀ ਸਿੱਖਿਆ ਦੱਸ ਸਕਦੇ ਹਾਂ ਵੀ ਉਹਨਾਂ ਨੇ ਕਿੱਦਾਂ ਆਪਣੇ ਆਪ ਨੂੰ, ਆਪਣੇ ਮਨ ਨੂੰ ਕਿੱਦਾਂ ਸਟਰੋਂਗ ਕੀਤਾ, ਵੀ ਹਾਂ ਸੋਚਿਆ, ਇੱਦਾਂ ਦੇ ਅਪ ਐਂਡ ਡਾਊਨਸ ਲਾਈਫ 'ਚ ਹੁੰਦੇ ਰਹਿੰਦੇ, ਇਹ ਸਾਰਾ ਕੁਛ ਅਸੀਂ ਇਹਦੇ ਵਿੱਚ ਲਿਖਣਾ ਹੈ, ਔਰ ਥੀਮ ਵੀ ਇੰਪੋਰਟੈਂਟ ਆ, ਜ਼ਰੂਰ ਕਰਨੀ ਆ। ਮੈਂ ਇੱਕ ਗੱਲ ਹੋਰ ਕਹਿ ਦੇਵਾਂ, ਇਹ ਸਾਰੇ ਕੁਐਸਚਨਸ ਮੇਰੇ ਅਕੋਰਡਿੰਗ ਮੈਨੂੰ ਇੰਪੋਰਟੈਂਟ ਲੱਗਦੇ ਆ, ਤੁਸੀਂ ਪਲੀਜ਼ ਦੂਸਰੇ ਕੁਐਸਚਨਸ 'ਤੇ ਵੀ ਇੱਕ ਵਾਰੀ ਗੋ ਥਰੂ ਹੋ ਜਿਓ, ਠੀਕ ਹੈ। ਇਹਨਾਂ ਨੂੰ ਬਟ ਅੱਛੇ ਤਰੀਕੇ ਨਾਲ ਪੜ੍ਹ ਲਿਓ। ਥਰਡ ਹੈ ਰਾਈਟ ਵਟ ਯੂ ਨੋ ਅਬਾਊਟ ਦ ਗਦਰ ਪਾਰਟੀ। ਇਹ ਕੁਐਸਚਨ ਆ ਸਕਦਾ ਬਿਕੋਜ਼ ਇਸ ਚੈਪਟਰ ਦੀ ਥੀਮ ਵਗੈਰਾ ਨਹੀਂ ਆ ਕੁਛ ਵੀ, ਬਟ ਇਹ ਜਿਹੜਾ ਕੁਐਸਚਨ ਆ ਇਹ ਲਾਈਕ ਅ ਥੀਮ ਦੀ ਤਰ੍ਹਾਂ ਹੀ ਆ ਕਿ ਗਦਰ ਪਾਰਟੀ ਬਾਰੇ ਜੋ ਵੀ ਤੁਸੀਂ ਕੁਛ ਜਾਣਦੇ ਹੋ ਉਹਦੇ ਬਾਰੇ ਦੱਸੋ, ਠੀਕ। ਐਂਡ ਸੈਕਿੰਡ ਕੁਐਸਚਨ ਇਜ਼ ਹਾਊ ਵਰ ਦ ਇੰਡੀਅਨਸ ਟ੍ਰੀਟਡ ਇਨ ਦ ਸੈਲੂਲਰ ਜੇਲ ਆਫ ਅੰਡੇਮਾਨਸ ਬਾਏ ਦ ਬ੍ਰਿਟਿਸ਼ ਆਫਿਸਰ। ਜਿਹੜੇ ਕਿ ਬ੍ਰਿਟਿਸ਼ ਆਫਿਸਰ ਸੀ ਉਹਨਾਂ ਦੁਆਰਾ ਕਿੱਦਾਂ ਉਹਨਾਂ ਨਾਲ ਟਰੀਟ ਕੀਤਾ ਜਾਂਦਾ ਸੀ, ਕਿਹਨਾਂ ਨਾਲ, ਇੰਡੀਅਨਸ ਨਾਲ, ਜਿਹੜੇ ਕਿ ਇੰਡੀਅਨ ਕੈਦੀ ਉੱਥੇ ਕੈਦ ਹੋਏ ਸੀਗੇ ਸੈਲੂਲਰ ਜੇਲ੍ਹ ਦੇ ਵਿੱਚ, ਉਹਨਾਂ ਨਾਲ ਕਿੱਦਾਂ ਦਾ ਬਿਹੇਵ ਕੀਤਾ ਜਾਂਦਾ ਸੀ। ਇਹਦੇ ਵਿੱਚ ਅਸੀਂ ਬਹੁਤ ਕੁਛ ਦੱਸ ਸਕਦੇ ਹਾਂ ਕਿ ਇੰਨੀਆਂ ਹਾਰਡ ਪਨਿਸ਼ਮੈਂਟ ਸੀਗੀਆਂ, ਆਹ ਕਰਵਾਇਆ ਜਾਂਦਾ ਸੀਗਾ, ਉਹਨਾਂ ਤੋਂ ਓਇਲ ਕਢਵਾਇਆ ਜਾਂਦਾ ਸੀ ਕੋਕੋਨਟ ਦਾ, ਇੱਦਾਂ ਦੀ। ਤੁਸੀਂ ਤਾਂ ਚੈਪਟਰ ਨੂੰ ਥੋਰਲੀ ਪੜ੍ਹਿਆ ਹੀ ਆ, ਰਾਈਟ। ਅਤੇ ਬਾਕੀ ਮੇਰੀ ਓਲਡ ਵੀਡੀਓਜ਼ ਵੀ ਦੇਖ ਲਿਓ ਜਾ ਕੇ, ਲਿੰਕਸ ਵਗੈਰਾ ਤੁਹਾਨੂੰ ਪਾ ਦਊਂਗੀ, ਅਤੇ ਦੇਖ ਕੇ ਤੁਹਾਨੂੰ ਸਮਝ ਲੱਗ ਜਾਣਾ। ਓਕੇ, ਥੈਂਕ ਯੂ ਸੋ ਮਚ।